चरण शरण ਦੇ ਵਿੱਚ ਜਾ ਕਰਕੇ ਆਪਣਾ ਸੀਸ ਨਿਵਾਇਆ ਝੁਕਾਇਆ ਹੈ। ਚਰਨੀ ਚਿਤ ਲਾਏ ਮੱਥਾ ਲਾਇਆ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚਿਤ ਲਾ ਕਰਕੇ ਦੇ ਨਾਲ ਜਾ ਕਰਕੇ ਗੁਰੂ ਚਰਨੀ ਚਿਤ ਲਾਏ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚਿਤ ਜੋੜ ਕਰਕੇ ਤੇ ਮੱਥਾ ਲਾਇਆ ਤੇ ਨਾਲ ਹੀ ਸਤਿਗੁਰੂ ਸਾਹਿਬ ਜੀ ਦੇ ਉਹ ਚਰਨਾਂ ਤੇ ਜਿਸ ਨੇ ਆਪਣੇ ਮਸਤਕ ਦੇ ਤਾਂ ਹੀ ਲਾਉਣਾ ਕੀਤਾ ਹੈ। ਗੁਰਮਤਿ ਹਿਰਦੈ ਵਸਾਈ ਆਪ ਗਵਾਇਆ। ਜਿਸ ਨੇ ਆਪਣਾ ਮਸਤਕ ਵੀ ਜਿਹੜਾ ਹੈ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਲਾਉਣਾ ਕੀਤਾ ਹੈ ਤੇ ਜਿਹੜਾ ਚਿੱਤ ਹੈ ਉਹ ਵੀ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ। ਫਿਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਆਪਣੇ ਚਿੱਤ ਨੂੰ ਵੀ ਲਾਇਆ ਹੈ ਤੇ ਨਾਲ ਮਸਤਕ ਦੇ ਤਾਈਂ ਵੀ ਲਾਉਣਾ ਕੀਤਾ ਹੈ। ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨਾ ਬਿਨ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਗੁਰੂ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਵੀ ਜਿਹੜਾ ਹਿਰਦੇ ਦੇ ਵਿੱਚ ਵੀ ਅੰਤਿਆਕਾਰ ਬਿਰਤੀ ਦੁਆਰਾ ਚੇਤੇ ਕਰਦਾ ਹੈ। ਗੁਰੂ ਚਰਨੀ ਚਿਤ ਲਾਏ ਮੱਥਾ ਲਾਇਆ ਐਨ ਤੇ ਰੂਪ ਹੀ ਹੋ ਜਾਂਦਾ ਹੈ। ਅਤੇ ਜਿਸ ਨੇ ਆਪਣੇ ਮਸਤਕ ਨੂੰ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੋੜਨਾ ਕੀਤਾ ਹੈ ਐਸਾ ਜਿਹੜਾ ਭਾਈ ਸਿੱਖ ਹੈ। ਜਿਸ ਤਰ੍ਹਾਂ ਇੱਕ ਐਸਾ ਇਤਿਹਾਸ ਸਾਡੇ ਤਾਈਂ ਗੁਰੂ ਕੇ ਚਰਨਾਂ ਦੇ ਵਿੱਚ ਚਿੱਤ ਲਾਉਣਾ ਅਤੇ ਆਕਾਰ ਬਿਰਤੀ ਕਰਨੀ। ਗੁਰੂ ਕੇ ਚਰਨ ਹਿਰਦੇ 'ਚ ਆਏ ਅੰਤਰਾਤਮੇ ਸੰਭਾਲੇ ਅਤੇ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਸੰਭਾਲਣਾ ਚੇਤੇ ਕਰਨਾ ਅਤੇ ਚੇਤੇ ਕਰਨਾ ਧਾਰਨ ਕਰ ਲੈਣਾ। ਇਸ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਇੱਕ ਕੋਈ ਸਿੱਖ ਬਹੁਤ ਸੇਵਾ ਸਿਮਰਨ ਕਰਦਾ ਹੋਇਆ ਆਗਿਆ ਦੇ ਵਿੱਚ ਰਹਿੰਦਾ ਹੋਇਆ ਅਤੇ ਜਿਸ ਵੇਲੇ ਉਹ ਪ੍ਰਵਾਨ ਹੋ ਗਿਆ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਉਸ ਨੂੰ ਹੁਕਮ ਦਿੱਤਾ ਕਿ ਤੁਸੀਂ ਜਾ ਕਰਕੇ ਜੋ ਇੱਧਰ ਅਫਗਾਨਿਸਤਾਨ ਕਾਬਲ ਕੰਧਾਰ ਗਜ਼ਨੀ ਹੋਰ ਇਲਾਕੇ ਹਨ ਉਹਨਾਂ ਦੇ ਵਿੱਚ ਪ੍ਰਚਾਰ ਕਰੋ। ਪਰ ਉਸ ਦੀ ਐਸੀ ਪਰਪੱਕ ਅਵਸਥਾ ਸੀ ਕਿ ਜਦੋਂ ਵੀ ਉਹ ਬੈਠਦਾ ਅਤੇ ਉਸੇ ਵੇਲੇ ਹੀ ਸਤਿਗੁਰੂ ਸਾਹਿਬ ਜੀ ਦੇ ਉਹ ਪਰਮ ਪਾਵਨ ਸਰੂਪ ਦੇ ਥਾਈਂ ਜੋ ਗੁਰੂ ਸਰੂਪ ਹੈ ਉਹ ਹਿਰਦੇ ਦੇ ਵਿੱਚ ਉਸ ਨੂੰ ਧਿਆਨ ਦੇ ਗੋਚਰ ਕਰ ਲੈਂਦਾ, ਪ੍ਰਤੱਖ ਹੋ ਜਾਂਦਾ। ਉਸ ਦੇ ਤਾਈਂ ਧਿਆਨ ਵੀ ਉਸ ਦੇ ਵਿੱਚ ਹੀ ਸਥਿਤ ਰਹਿੰਦਾ ਸਭ ਤਰ੍ਹਾਂ ਕਰਕੇ ਅਤੇ ਉੱਥੇ ਨਾਲ ਸੰਗਤਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਗੁਰਮਤਿ ਦਾ ਪ੍ਰਚਾਰ ਕਰਦਾ। ਹੋਰ ਵੀ ਜੋ ਸੰਗਤਾਂ ਦੀ ਕਾਰ ਭੇਟਾ ਹੁੰਦੀ ਉਸਨੂੰ ਗੁਰੂ ਸਾਹਿਬ ਭੇਜ ਦਿਆ ਕਰਦਾ। ਤੋ ਇੱਕ ਦਿਨ ਦਾ ਐਸਾ ਹੀ ਵਿਚਾਰ ਕਿ ਸਵੇਰੇ ਹੀ ਉਸਨੇ ਉੱਠ ਕੇ ਉਹ ਸਤਿਗੁਰੂ ਮਹਾਰਾਜ ਜੀ ਦੇ ਧਿਆਨ ਦੇ ਵਿੱਚ ਜੁੜਿਆ। ਧਿਆਨ ਦੇ ਵਿੱਚ ਗੁਰੂ ਚਰਨੀ ਚਿਤ ਲਾਏ ਮੱਥਾ ਲਾਇਆ ਅਤੇ ਉਹ ਗੁਰੂ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਕਰਦਿਆਂ ਕਰਦਿਆਂ ਹਿਰਦੇ ਦੇ ਵਿੱਚ ਐਸਾ ਸਰੂਪ ਪ੍ਰਗਟ ਹੋ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚਿੱਤ ਜੋੜਿਆ ਅਤੇ ਧਿਆਨ ਦੇ ਅੰਦਰ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਉਸਨੇ ਮੱਥਾ ਲਾ ਦਿੱਤਾ। ਰਵਾਇਣ ਪ੍ਰਗਟ ਹੋ ਗਏ ਚੰਗੀ ਤਰ੍ਹਾਂ ਦੇ ਨਾਲ ਅਤੇ ਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਸੀ ਉਹ ਐਸੀ ਧਿਆਕਾਰ ਬਿਰਤੀ ਹੋਈ ਅਤੇ ਦੋਨੋਂ ਹੱਥਾਂ ਦੇ ਨਾਲ ਹੀ ਨਾਲ ਪਕੜ ਲਏ ਧਿਆਨ ਦੇ ਵਿੱਚ ਹੀ। ਅਤੇ ਇੱਧਰ ਵੀ ਅੰਮ੍ਰਿਤ ਵੇਲੇ ਦੀਵਾਨ ਸਜਿਆ ਹੋਇਆ ਸੀ ਕੀਰਤਪੁਰ ਸਾਹਿਬ ਦੇ ਵਿੱਚ ਅਤੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀਵਾਨ ਦੇ ਵਿੱਚ ਉਸੇ ਤਰ੍ਹਾਂ ਹੀ ਅਡੋਲ ਜੈਸੇ ਸਮਾਧੀ ਦੇ ਵਿੱਚ ਕੋਈ ਵੀ ਅੰਗ ਹਿਲਦਾ ਨਹੀਂ ਹੈ ਇਸ ਤਰ੍ਹਾਂ ਬੈਠੇ ਹਨ। ਉਸ ਗੁਰਸਿੱਖ ਨੇ ਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਸਨ ਐ ਨਿਕਚਿਤ ਹੋ ਕੇ ਚਿੱਤ ਦੀ ਬਿਰਤੀ ਨੂੰ ਧਿਆਕਾਰ ਕਰਕੇ ਭਾਵ ਹੋਰ ਕੋਈ ਚੀਜ਼ ਨਹੀਂ ਪ੍ਰਤੀਤ ਹੋਣੀ ਧਿਆਤਾ ਧਿਆਨ ਤੇ ਇੱਕ ਹੋ ਜਾਣੇ। ਕਿ ਜਿਹੜਾ ਧਿਆਨ ਧਰਨ ਵਾਲਾ ਹੈ ਜਿਸ ਦਾ ਧਿਆਨ ਧਰਦਾ ਹੈ ਅਤੇ ਜਿਹੜੀ ਬਿਰਤੀ ਹੈ ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਪ੍ਰਤੀਤ ਨਹੀਂ ਹੋਣੀ। ਉਹ ਐਸਾ ਧਿਆਨ ਦੇ ਵਿੱਚ ਜੁੜਿਆ ਬੈਠਾ ਕਿ ਸਤਿਗੁਰੂ ਹਰਿਰਾਏ ਸਾਹਿਬ ਜੀ ਵੀ ਉਸੇ ਤਰ੍ਹਾਂ ਹੀ ਅਡੋਲ ਬੈਠੇ ਹਨ
ਉਹ ਗੁਰਸਿੱਖ ਦੇ ਚਰਨਾਂ ਨੂੰ ਧਿਆਨ ਦੇ ਵਿੱਚ ਪਕੜੇ ਹੋਏ ਅਤੇ ਪ੍ਰੇਮ ਦੇ ਵਸ ਹੋ ਕਰਕੇ ਕਾਫੀ ਸਮਾਂ ਹੋ ਗਿਆ ਦੀਵਾਨ ਦੀ ਸਮਾਪਤੀ ਦਾ। ਅਤੇ ਉਸ ਵੇਲੇ ਵੀ ਸਤਿਗੁਰੂ ਸਾਹਿਬ ਜੀ ਉਹ ਦੀਵਾਨ ਦੇ ਵਿੱਚ ਭਾਈ ਅਰਦਾਸ ਹੋਣੀ ਹੈ ਉਸ ਸਮੇਂ ਦੇ ਉੱਤੇ, ਅਤੇ ਉੱਠਣਾ ਹੈ ਸੰਗਤਾਂ ਨੇ। ਅਤੇ ਹੋਰ ਵੀ ਜੋ ਪ੍ਰੋਗਰਾਮ ਹੈ ਗੁਰੂ ਘਰ ਦਾ, ਕੋਈ ਲੰਗਰ ਸਜਾਉਣਾ ਹੈ ਔਰ ਵਕਤ ਸਿਰ ਉਹ ਲੰਗਰ ਨੇ ਸੰਗਤਾਂ ਦੇ ਵਿੱਚ ਵਰਤਣਾ ਹੈ। ਪਰ ਸਤਿਗੁਰੂ ਸਾਹਿਬ ਜੀ ਉਸ ਤਰ੍ਹਾਂ ਹੀ ਡੋਲ ਬੈਠੇ ਰਹੇ ਔਰ ਸਿੱਖ ਸੰਗਤਾਂ ਵੀ ਸਜੀਆਂ ਰਹੀਆਂ, ਕੀਰਤਨ ਵੀ ਹੁੰਦਾ ਰਿਹਾ। ਪਰ ਕੋਈ ਕਿਸੇ ਦੀ ਐਸੀ ਜ਼ਰੂਰਤ ਨਹੀਂ ਕਿ ਸਤਿਗੁਰੂ ਸਾਹਿਬ ਜੀ ਦੇ ਤਾਂ ਹੀ ਕਹਿ ਸਕੇ, ਕਿਉਂ ਇੱਕ ਸਮਾਧੀ ਦੇ ਵਿੱਚ ਲਿਵਲੀਨ ਅਡੋਲ ਬੈਠੇ ਹਨ। ਸੋ ਉਹ ਦੁਪਹਿਰ ਦਾ ਸਮਾਂ ਵੀ ਹੋ ਗਿਆ ਅੰਨ ਪਾਣੀ ਦਾ, ਅਤੇ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਜਿਹੜਾ ਲੰਗਰ ਦਾ ਜਥੇਦਾਰ ਹੈ ਉਹ ਵੀ ਜਦੋਂ ਸਮਾਂ ਹੁੰਦਾ ਅਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਹੱਥ ਜੋੜ ਕੇ ਆ ਕੇ ਖੜੋ ਜਾਂਦਾ। ਜਦੋਂ ਸਤਿਗੁਰੂ ਸਾਹਿਬ ਜੀ ਦਾ ਧਿਆਨ ਉਸ ਤਰਫ ਹੁੰਦਾ ਅਤੇ ਫਿਰ ਉਹ ਕੁਛ ਬੇਨਤੀ ਕਰਦਾ ਕਿ ਮਹਾਰਾਜ ਲੰਗਰ ਤਿਆਰ ਹੈ ਅਤੇ ਆਪ ਸੰਗਤਾਂ ਦੇ ਸਮੇਤ ਲੰਗਰ ਦੇ ਵਿੱਚ ਕੁਝ ਕਰਕੇ ਭੋਜਨ ਛਕੋ। ਪਰ ਸਤਿਗੁਰੂ ਸਾਹਿਬ ਜੀ ਅਡੋਲ ਉਸ ਤਰ੍ਹਾਂ ਹੀ ਬੈਠੇ ਹਨ। ਲੰਗਰ ਦਾ ਸਮਾਂ ਵੀ ਲੰਘ ਗਿਆ ਅਤੇ ਫਿਰ ਸ਼ਾਮ ਦਾ ਦੀਵਾਨ ਦਾ ਸਮਾਂ ਵੀ ਹੋ ਗਿਆ। ਉਸ ਤਰ੍ਹਾਂ ਹੀ ਬੈਠੇ ਗਰੀਬ ਨਵਾਜ਼ ਅੰਤਰਜਾਮੀ ਜੀ। ਫਿਰ ਸ਼ਾਮ ਦੇ ਦੀਵਾਨ ਦੇ ਸਮੇਂ ਦੇ ਵਿੱਚ ਵੀ ਉਧਰ ਗੁਰਸਿੱਖ ਜਿਹੜਾ ਹੈ ਉਹ ਆਪਣੇ ਕਾਬਲ ਦੇ ਵਿੱਚ ਹੀ ਉਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਜਿਹੜੇ ਉਹ ਮੱਥਾ ਲਾਇਆ, ਹੱਥਾਂ ਨਾਲ ਪਕੜੇ ਹੋਏ ਨੇ ਅਤੇ ਧਿਆਕਾਰ ਬਿਰਤੀ ਹੋਈ ਹੋਈ ਹੈ। ਉਸ ਵੇਲੇ ਜਿਸ ਵੇਲੇ ਉਹ ਧਿਆਨ ਉਹਦਾ ਉਥਾਨ ਹੋਇਆ ਹੈ, ਉਹ ਭਾਈ ਗੋਂਦਾ ਜੀ ਉਸਦਾ ਨਾਮ ਸੀ। ਜਿਸ ਵੇਲੇ ਉਸਦਾ ਧਿਆਨ ਉੱਥੋਂ ਉਥਾਨ ਹੋਇਆ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਅੰਦਰੋਂ ਬੈਠੇ ਦਾ ਅੰਤਰਮੁਖ ਹੋਏਗਾ, ਅਤੇ ਉਸ ਵੇਲੇ ਫਿਰ ਸਤਿਗੁਰੂ ਮਹਾਰਾਜ ਜੀ ਵੀ ਜੈਸੇ ਸਮਾਧੀ ਦੇ ਵਿੱਚੋਂ ਉਥਾਨ ਹੁੰਦੇ ਹਨ ਐਸੇ ਉਥਾਨ ਹੋਏ। ਸੋ ਉਹ ਦੀਵਾਨ ਦੀ ਸਮਾਪਤੀ ਹੋਈ ਅਤੇ ਸਭ ਸੰਗਤਾਂ ਵੀ ਉੱਠੀਆਂ ਅਤੇ ਫਿਰ ਭੋਜਨ ਛਕਿਆ ਹੈ। ਅਤੇ ਕਾਰਨ ਪੁੱਛਿਆ ਗੁਰਸਿੱਖਾਂ ਨੇ ਕਿ ਮਹਾਰਾਜ ਐਸਾ ਕੀ ਕਾਰਨ ਹੋ ਗਿਆ ਹੈ, ਆਪ ਜੀ ਦੀ ਗਤੀ ਨੂੰ ਆਪ ਹੀ ਪੂਰਨ ਜਾਣ ਸਕਦੇ ਹੋ। ਉਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕਿਹਾ ਭਾਈ ਇੱਕ ਪ੍ਰੇਮੀ ਸਿੱਖ ਜਿਹੜਾ ਸੀ ਉਹ ਜਿਉਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਧਿਆਨ ਦੇ ਵਿੱਚ ਬੈਠਾ ਕਿ ਉਸਨੇ ਧਿਆਨ ਦੇ ਵਿੱਚ ਹੀ ਸਾਡੇ ਤਾਈਂ ਭਗਤੀ ਪ੍ਰੇਮ ਦੇ ਵਸ ਕਰ ਲਿਆ। ਅਤੇ ਅਸੀਂ ਵੀ ਉਸ ਤਰ੍ਹਾਂ ਹੀ ਅਡੋਲ ਬੈਠੇ ਰਹੇ ਕਿ ਜੇ ਅਸੀਂ ਆਪਣੇ ਉਹ ਚਰਨਾਂ ਨੂੰ ਹਿਲਾਇਆ ਜਾਂ ਅੰਗਾਂ ਦੇ ਤਾਈਂ ਵੀ ਉਸ ਦਾ ਪ੍ਰੇਮੀ ਦਾ ਧਿਆਨ ਨਾ ਕਿਤੇ ਹਿਲ ਜਾਵੇ। ਜੋ ਐਸੇ ਧਿਆਨ ਦੇ ਆਨੰਦ ਦੇ ਵਿੱਚ ਬੈਠਾ ਜੈਸੇ ਆਪ ਕਬੀਰ ਸਾਹਿਬ ਜੀ ਨੇ, ਉਹ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਹਨ ਸਤਿਗੁਰੂ ਮਹਾਰਾਜ ਜੀ, ਕਿ ਉਹ ਜਿਹੜਾ ਚਰਨਾਂ ਕਮਲਾਂ ਦਾ ਆਨੰਦ ਹੈ ਉਹ ਵੀ ਇੱਕ ਹੈ। ਕਿਸੇ ਨੇ ਪੁੱਛਿਆ ਕਬੀਰ ਸਾਹਿਬ ਜੀ ਦੇ ਪਾਸੋਂ ਕਿ ਤੁਹਾਡੇ ਤਾਈਂ ਜਿਹੜਾ ਐਸੇ ਵਾਹਿਗੁਰੂ ਪਰਮੇਸ਼ਰ ਉਹ ਧਿਆਨ ਦੇ ਵਿੱਚ ਪ੍ਰਗਟ ਹੁੰਦਾ ਹੈ, ਉਸ ਦੇ ਚਰਨਾਂ ਦੇ ਵਿੱਚ ਤੁਸੀਂ ਸੁਰਤ ਨੂੰ ਜੋੜਦੇ ਹੋ, ਲਿਵਲੀਨ ਕਰਦੇ ਹੋ। ਅਤੇ ਜਿਸ ਦੇ ਬਾਰੇ ਐਸਾ ਵਿਚਾਰ ਗੁਰਸਿੱਖ ਪਿਆਰਿਆਂ ਦੀ ਅਵਸਥਾ ਜਿਹੜੇ ਨਿਸ਼ਕਾਮ ਹਨ, ਜਿਨ੍ਹਾਂ ਨੂੰ ਉਹ ਐਸੇ ਚਰਨ ਸਤਿਗੁਰੂ ਸਰੂਪ ਦੇ ਅੰਦਰ ਸਾਖਿਆਤ ਹਨ, ਅਤੇ ਉਹਨਾਂ ਦੀ ਅਵਸਥਾ ਦਾ ਇਹ ਜ਼ਿਕਰ ਹੈ, ਰਾਜ ਨ ਚਾਹੋ ਮੁਕਤ ਨ ਚਾਹੋ ਮੰਤਰੀਤ ਚਰਨ ਕਵਲਾਤ। ਵੈਸਾ ਰਾਜ ਦਾ ਵੀ ਆਨੰਦ ਨਹੀਂ ਹੈ। ਜਿਹੜੀਆਂ ਕੋਈ ਵਿਸ਼ਨੂੰ ਲੋਕ ਹੈ, ਕੋਈ ਬ੍ਰਹਮ ਲੋਕ ਹੈ, ਕੋਈ ਸ਼ਿਵ ਲੋਕ ਹੈ, ਐਸੇ ਬਹੁਤ ਸਾਰੇ ਲੋਕ ਹਨ। ਉਹਨਾਂ ਦੀਆਂ ਐਸੀਆਂ ਮੁਕਤੀਆਂ ਜਿਹੜੀਆਂ ਹਨ ਉਹ ਵੀ ਉਸ ਦੇ ਆਨੰਦ ਦੇ ਤੁਲ ਨਹੀਂ ਹੋ ਸਕਦੀਆਂ। ਇਸ ਕਰਕੇ ਉਹ ਗੁਰਸਿੱਖ ਕਹਿੰਦਾ ਵੀ ਰਾਜ ਨਾ ਚਾਹੋ ਮੁਕਤ ਨਾ ਚਾਹੋ, ਦੂਜੀਆਂ ਮੁਕਤੀਆਂ ਨੂੰ ਨਹੀਂ ਮੈਂ ਚਾਹੁੰਦਾ। ਮਨ ਪ੍ਰੀਤ ਚਰਨ ਕਵਲਾ, ਮੈਨੂੰ ਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਜਿਹੜੀ ਪ੍ਰੀਤੀ ਹੈ ਉਹ ਹੀ ਉਹ ਸਦਾ ਬਣੀ ਰਹੇ। ਹੋਰ ਕੋਈ ਨਹੀਂ। ਐਸੇ ਕਬੀਰ ਸਾਹਿਬ ਜੀ ਦੇ ਤਾਈਂ ਕਿਹਾ ਕਿ ਜੀ ਐਸਾ ਜੋ ਵਾਹਿਗੁਰੂ ਪਰਮੇਸ਼ਰ ਸ਼ੁੱਧ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ ਭਗਤਾਂ ਦੇ, ਬਿਲਕੁਲ ਜਦੋਂ ਸਾਫ਼ ਹੋ ਜਾਏ, ਸਾਫ਼ ਹਿਰਦੇ ਦਾ ਇਹ ਹੁੰਦਾ ਹੈ ਕਿ ਧਿਆਨ ਕਰਦਿਆਂ ਕਰਦਿਆਂ ਅਤੇ ਚਿੰਤਨ ਕਰਦਿਆਂ ਕਰਦਿਆਂ ਹੋਰ ਸਭ ਫੁਰਨੇ ਮਿਟ ਜਾਣੇ,
ਤੇ ਨਾਲ ਮਨ ਨੇ ਪੂਰਨ ਇਕਾਗਰ ਹੋ ਜਾਣਾ, ਪੂਰਨ ਉਜਲ ਹੋ ਜਾਣਾ ਕਿ ਉਸ ਦੇ ਅੰਦਰ ਫਿਰ ਉਹ ਵਾਹਿਗੁਰੂ ਪਰਮੇਸ਼ਰ ਤੋਂ ਸਭ ਥਾਂ ਦੇ ਵਿੱਚ ਵਿਆਪਕ ਸਰੂਪ ਹੈ। ਉਹ ਭਾਵਨਾ ਦੇ ਅਨੁਸਾਰ ਹੀ ਉਸੇ ਵੇਲੇ ਹੀ ਉਹ ਜੈਸੀ ਭਗਤ ਦੀ ਇੱਛਾ ਹੁੰਦੀ ਹੈ ਵੈਸੇ ਉਹਨਾਂ ਦੀ ਬਿਰਤੀ ਦੇ ਅੰਦਰ ਉਹ ਜਿਹੜੀ ਧਿਆਕਾਰ ਹੋਈ ਹੈ, ਧਿਆਨ ਦਾ ਸਰੂਪ ਹੀ ਹੋਈ ਹੈ, ਐਸਾ ਉਸ ਦੇ ਅੰਦਰ ਉਹ ਕੇ ਪ੍ਰਗਟ ਹੁੰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਾਂ ਗੁਰਸਿੱਖਾਂ ਦਾ ਪਿਆਰ ਗੁਰੂ ਨਾਨਕ ਸਾਹਿਬ ਦਸੋਂ ਸਰੂਪਾਂ ਦੇ ਨਾਲ ਹੈ ਕਿ ਮਹਾਰਾਜ ਸਾਨੂੰ ਐਸੇ ਦਰਸ਼ਨ ਵੀ ਹੋਣ ਕਿ ਉਹ ਪਰਮ ਪਾਵਨ ਸਰੂਪ ਜਿਹੜਾ ਹੈ ਉਹ ਫਿਰ ਕੋਈ ਵੀ ਸਮਾਂ ਹੈ, ਚਾਹੇ ਪਹਿਲਾ ਸੀ, ਚਾਹੇ ਹੁਣ ਵਰਤਮਾਨ ਹੈ, ਚਾਹੇ ਅੱਗੇ ਨੂੰ ਆਉਣ ਵਾਲਾ, ਜੋ ਭਗਤੀ ਦੇ ਵਸ ਹੋ ਕਰਕੇ ਭਗਤਾਂ ਗੁਰਸਿੱਖਾਂ ਦੇ ਹਿਰਦਿਆਂ ਦੇ ਵਿੱਚ ਪ੍ਰਗਟ ਹੁੰਦਾ ਹੈ। ਕਹਿੰਦੇ ਜੀ ਉਹਦਾ ਆਨੰਦ ਕਿਹਾ ਜਾਏ ਉਹ ਦੱਸਣਾ ਕਰੋ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਚਰਨ ਕਮਲ ਕੀ ਮੌਜ ਤੋਂ ਕਹੋ ਕੈਸੇ ਉਨਮਾਨ ਕਹਿ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਵੀ ਕਹਿਣ ਵਾਸਤੇ ਉਸਦੇ ਕੋਈ ਐਸੀ ਸ਼ੋਭਾ ਜਿਹੜੀ ਸੰਸਾਰ ਦੀ ਕੋਈ ਉਪਮਾ ਉਹ ਨਹੀਂ ਦਿੱਤੀ ਜਾ ਸਕਦੀ। ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨਾਂ ਕਮਲਾਂ ਦਾ ਆਨੰਦ ਹੈ, ਮੌਜ ਹੈ, ਉਸ ਦੀ ਖੁਸ਼ੀ ਹੈ। ਉਹ ਦੇਖਾ ਹੀ ਪ੍ਰਵਾਨ, ਉਹ ਤਾਂ ਜਿਸ ਨੇ ਦਰਸ਼ਨ ਕਰ ਲਏ ਹਨ ਉਹੀ ਪ੍ਰਤੱਖ ਹੀ ਜਿਸ ਨੂੰ ਹੋ ਗਿਆ, ਪ੍ਰਤੱਖ ਨੂੰ ਪ੍ਰਤੱਖ ਹੀ ਪ੍ਰਮਾਣ ਹੈ। ਜਿਹੜੀ ਕੋਈ ਪ੍ਰਤੱਖ ਵਸਤੂ ਹੈ ਉਸ ਨੂੰ ਪ੍ਰਤੱਖ ਹੀ ਪ੍ਰਮਾਣ ਹੈ, ਉਸ ਦਾ ਗਿਆਨ ਹੈ। ਪ੍ਰਤੱਖ ਰੂਪ ਪ੍ਰਮਾਣ ਦਾ ਪ੍ਰਤੱਖ ਪ੍ਰਮਾਣ ਦੁਆਰਾ ਹੀ ਉਸ ਦੀ ਸਾਖਿਆਤਤਾ ਹੁੰਦੀ ਹੈ। ਸੋ ਐਸੇ ਭਾਈ ਗੋਂਦਾ ਜੀ ਇਸਤ ਹੋਏ ਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ ਵੀ ਕਾਬੁਲ ਦੇ ਵਿੱਚ ਇੱਕ ਬੈਠਾ ਐਸਾ ਗੁਰਸਿੱਖ ਧਿਆਨ ਦੇ ਵਿੱਚ ਜੁੜਿਆ ਵੀ ਅਸੀਂ ਜੇ ਆਪਣੇ ਅੰਗਾਂ ਨੂੰ ਹਿਲਾਇਆ ਤਾਂ ਉਸ ਦਾ ਧਿਆਨ ਨਾ ਡੋਲ ਜਾਏ, ਉਸ ਦੇ ਪ੍ਰੇਮ ਵਸ ਹੋ ਕਰਕੇ ਅਸੀਂ ਦੇ ਮਗਨ ਹੋਏ ਬੈਠੇ ਰਹੇ ਹਾਂ। तो गुरसिख बड़े गल सुन करके विस्माद हो गए, सिरज हो गए तो अपने चित्त विच ऐसा विचार रखिया कि चंगा जिस वेले भाई साहब किसी समय आए तो उस वेले विचार पूछांगे। सो काफ़ी समय महीनों तो बाद भाई साहब भी सिख संगतां नूं लैके आए तो उस वेले जिहड़ियां कोई गुरसिख संगतां हमेशा भाई साहब जी के नेड़ रहिंदे सन, गुरमुख कोई सेवादार ऐसे तो उन्होंने तो ये विचार पूछी। कहते भी कोई ऐसे समय दे विच ऐसा विचार होया। उन्होंने कहा हाँ ठीक, वो आ महीना से अंका दिन से उस समय दे विच भाई साहब जी ज्यों ध्यान दे विच बैठे अमृत वेले तो ते शाम के दीवान तक बैठे रहे, फिर ध्यान तो समाधि तो उठे। वैसे ही भाई साहब जी ने भी पूछा, कहते हाँ गुरु की कृपा है ऐसी। तो भाई जड़े गुरसिख आन भाई साहब जी कहते गुरु चरनी चित लाए, मत्था लाए, गुरु महाराज जी के चरणों के चित ला करके नाले उसनों ध्यान दे गोचर करना, उस दे विच वसाउणा ते नाल ही मस्तक नूं भी लाउणा।